रूप रंग अर रेख, पेख को कह न सकत केहे। अचल मूरत अनभव प्रकाश, अमितोज कहजै। कोट इंद्र इंद्राण साहे साहान गणजय। त्रिभुवन महीप सुर नर असुर, नेत नेत बान तृण कहत। तब सर्ब नाम कथय कवन, कर्म नाम बरनत सुमत। तब सर्ब नाम कथय कवन, कर्म नाम बरनत सुमत। प्रभ जी तो कह लाज हमारी, नीलकंठ नर हर नारायण। नील बसन बनवारी, परम पुरख परमेश्वर स्वामी पावन पौन आहारी। माधव महाजोत मद मर्दन मान मुकंद मुरारी। निर्विकार निर्जुर निंद्रा बिन, निर्विख नरक निवारी। कृपा सिंधु काल त्रैदर्शी, कुकरित पर नासनकारी। धनुर्पान त्रितमान तरा धर, अनविकार अस धारी। हौ मत मंद चरण शरणागत, कर गह लेहो उबारी। हौ मत मंद चरण शरणागत, कर गह लेहो उबारी। हर बिसरत सदा खुआरी, ताको धोखा कहाँ व्यापै। जाको ओट तुहारी, बिन सिमरन ज्यों जीवन बलना। सर्प जैसे अरजारी, नवखंडन को राज कमावै। अंत चलै गोहारी, गुण निधान गुण तिन्हि गाए। जाको कृपा तहारी, सो सुखिया धन उस जन्मा। नानक तिस बलिहारी। हम अवगुण भरे एक गुण नाही। अमृत छाड़ बिख बिख, माया मोह परम पै भूले। सुत दारा स्यों एक उत्तम पंथ सुन्यो गुर संगत। तेह मिलंत जम त्रास मिटाई। एक अरदास पाठ कीरत की, गुर रामदास राखो शरणाई। सो कहो टल गुर सेविया, अहनस सहज शोभाए। दर्शन परसे गुरु का, जन्म मरण दुख जाए। सिफत खसम दी
ਨੂਰ ਅਰ ਸੋਹ ਕੁਰ ਸੋਹ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਦੋਏ ਦੀਵੇ 14 ਹਟ ਨਾਲੇ ਜੇਤੇ ਜੀਅ ਤੇਤੇ ਬਣ ਜਾਰੇ। ਖੁੱਲੇ ਹਟ ਹੋਆ ਬਾਪਾਰ ਜੋ ਪਹੁੰਚੈ ਸੋ ਚੱਲਣ ਹਾਰ। ਦੋਏ ਦੀਵੇ 14 ਹਟ ਨਾਲੇ ਜੇਤੇ ਜੀਅ ਤੇਤੇ ਬਣ ਜਾਰੇ। ਖੁੱਲੇ ਹਟ ਹੋਆ ਬਾਪਾਰ ਜੋ ਪਹੁੰਚੈ ਸੋ ਚੱਲਣ ਹਾਰ। ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹਾ ਪਰਵਾਨ। ਘਰ ਆਏ ਵੱਜੀ ਵਾਦਾਈ ਸੱਚ ਨਾਮ ਕੀ ਮਿਲੀ ਵਡਿਆਈ। ਮਹੱਲਾ ਪਹਿਲਾ। ਰਾਤੀ ਹੋਵਨ ਕਾਲੀਆ ਸੋ ਪੇਦਾ ਸੇਵਨ। ਦੇਹੋ ਬੱਗਾ ਤਪੈ ਕਣਾ ਕਾਲਿਆ ਕਾਲੇ ਬੰਨ। ਅੰਦੇ ਅਕਲੀ ਬਾਹਰੇ ਮੂਰਖ ਅੰਧ ਗਿਆਨ। ਨਾਨਕ ਨਦਰੀ ਬਾਹਰੇ ਕਬ ਹੈ ਨਾ ਪਾਵੈ ਮਾਨ। ਪੌੜੇ ਕਾਇਆ ਕੂਟ ਰਚਾਇਆ ਹਰ ਸੱਚਾ ਆਪੇ। ਇੱਕ ਦੂਜੈ ਭਾਏ ਖੁਆਇਆ ਨਾ ਹਉਮੈ ਵਿੱਚ ਵਿਆਪੇ। ਇਹੋ ਮਾਨਸ ਜਨਮ ਦੁਲੰਭ ਸਾ ਮਨ ਮੁਖ ਸੰਤਾਪੇ। ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ।
ਸਭ ਜਗ ਖੇਲ ਰਚਾਇਓ ਨਾ, ਸਭ ਵਰਤੈ ਆਪੇ। ਜਿਸ ਆਪ 부ਝਾਏ ਸੋ ਬੁਝਸੀ, ਜਿਸ ਸਤਿਗੁਰ ਥਾਪੇ। ਸਭ ਜਗ ਖੇਲ ਰਚਾਇਓ ਨ, ਸਭ ਵਰਤੈ ਆਪੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਾਵਨ ਪਵਿੱਤਰ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਦੀਨ ਦੁਨੀਆ ਦੇ ਮਾਲਕ, ਸਰਬ ਸਾਂਝੀ ਵਾਲਤਾ ਦੇ ਸਾਂਝੇ ਰਹਿਬਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਪਰਸ ਰਹੇ ਹੋ। ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਦੀ ਸਮਾਪਤੀ ਤੋਂ ਉਪਰੰਤ ਸਤਿਗੁਰਾਂ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਮਹਾਵਾਕ ਸ੍ਰੀ ਮੁਖ ਵਾਕ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਸੋਹੀ ਦੀ ਵਾਰ ਚੋਂ ਅੱਜ ਦਾ ਪਾਵਨ ਅੰਮ੍ਰਿਤ ਬਚਨ ਸਾਨੂੰ ਸਤਿਗੁਰਾਂ ਨੇ ਬਖਸ਼ਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤ ਬਾਣੀ ਵਿੱਚ 22 ਵਾਰਾਂ ਹਨ। ਸ੍ਰੀ ਰਾਗ ਦੀ ਵਾਰ ਤੋਂ ਇਹ ਵਾਰਾਂ ਪ੍ਰਾਰੰਭ ਹੁੰਦੀਆਂ। ਸ੍ਰੀ ਰਾਗ ਮਾਝ, ਸ੍ਰੀ ਰਾਗ ਮਾਝ, ਗੌੜੀ, ਆਸਾ, ਗੂਜਰੀ, ਵਡਹੰਸ, ਬਿਹਾਗੜਾ, ਸੋਰਠ ਤੇ ਸੋਹੀ ਦੀ ਇਹ ਵਾਰ। ਅੱਗੇ ਜਾ ਕੇ ਫਿਰ ਬਿਲਾਵਲ ਦੀ ਵਾਰ ਹੈ। ਸੋਹੀ ਦੀ ਵਾਰ ਚੋਂ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਪੌੜੀਆਂ ਉਚਾਰਨ ਕੀਤੀਆਂ ਹਨ। ਇਸ ਕਰਕੇ ਸਿਰਲੇਖ ਵਿੱਚ ਮਹੱਲਾ ਤੀਜਾ ਲਿਖਿਆ ਗਿਆ ਸੋਹੀ ਦੀ ਵਾਰ ਵਿੱਚ ਕਿ ਇਸ ਵਾਰ ਦੀਆਂ ਜਿਤਨੀਆਂ ਪੌੜੀਆਂ ਨੇ ਉਹ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਨੇ ਉਚਾਰੀਆਂ, ਕਿਉਂਕਿ ਪੌੜੀਆਂ ਦੇ ਸੁਮੇਲ ਨੂੰ ਵਾਰ ਕਹਿੰਦੇ। ਵਾਰ ਦਾ ਜਿਹੜਾ ਸਵਰੂਪ ਹੈ ਉਹ ਪੌੜੀਆਂ ਦੇ ਸਮੇਤ ਹੁੰਦਾ ਹੈ, ਪਰ ਗੁਰਦੇਵ ਨੇ ਪੌੜੀਆਂ ਦੇ ਨਾਲ ਸ਼ਲੋਕ ਉਚਾਰਨ ਕੀਤੇ। तो श्लोक पहले पातशाह का है और पौड़ी तीसरे पातशाह धन श्री गुरु अमरदास साहब जी की उच्चारण की हुई है। हाजरियां लवाओ। गुरु चरना विच अपनी सुरत बिरत नूं जोड़दियां रसना नूं पवित्र करदियां आखो जी सतनाम श्री वाहिगुरु साहिब जी। सतनाम श्री वाहिगुरु साहिब जी। सलोक महला पहला। दोए दीवे 14 हट नाले। श्लोक पहले पातशाह धन गुरु नानक देव साहब जी उच्चारण कर रहे ने। दोए दीवे सूरज ते चंद्रमा। सानू तो यही दो नज़र आ रहे ने ना, हालांकि ਇਹਦੇ ਤੋਂ ਇਲਾਵਾ ਹੋਰ ਕਰੋੜਾਂ ਸੂਰਜ ਨੇ ਤੇ ਕਰੋੜਾਂ ਹੀ ਚੰਦਰਮਾ ਨੇ,
ਪਰ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਜਿਸ ਬ੍ਰਹਿਮੰਡ ਵਿੱਚ, ਜਿਸ ਧਰਤੀ ਤੇ, ਉੱਥੇ ਸਾਨੂੰ ਇਹ ਦੋ ਹੀ ਨਜ਼ਰ ਆਉਂਦੇ। ਇਸ ਕਰਕੇ ਸਤਿਗੁਰਾਂ ਨੇ ਦੋ ਦੀ ਗੱਲ ਕੀਤੀ। ਇਹਦਾ ਮਤਲਬ ਇਹ ਨਹੀਂ ਕਿ ਦੋ ਤੋਂ ਇਲਾਵਾ ਸਤਿਗੁਰੂ ਜੀ ਹੋਰ ਨਹੀਂ ਮੰਨਦੇ, ਹੋਰ ਵੀ ਬੇਅੰਤ ਨੇ। ਪਰ ਜਿੱਥੇ ਅਸੀਂ ਵਰਤ ਰਹੇ ਹਾਂ ਉੱਥੇ ਦੇ ਆਲੇ ਦੁਆਲੇ ਦੀਆਂ ਉਦਾਹਰਨਾਂ ਪ੍ਰਮਾਣ ਦੇ ਕੇ ਜੇ ਸਮਝਾਉਣਗੇ ਤੇ ਛੇਤੀ ਸਮਝ ਪੈਂਦੀ ਹੈ। ਤੋ ਗੁਰਦੇਵ ਕਹਿੰਦੇ ਦੋ ਦੀਵੇ ਨੇ, ਸੂਰਜ ਤੇ ਚੰਦਰਮਾ। ਔਰ ਇਹ ਜਿਹੜੇ 14 ਭਵਨ ਨੇ, 14 ਲੋਕ ਨੇ, ਇਹ ਬਾਜ਼ਾਰ ਹੈ ਦੁਕਾਨਾਂ ਦਾ। ਹਟ ਨਾਲੇ ਹੱਟੀਆਂ ਨੇ 14, ਯਾਨੀ ਕਿ 7 ਆਕਾਸ਼ ਤੇ 7 ਪਤਾਲ। 7 ਆਕਾਸ਼ 7 ਪਤਾਲ ਦਾ ਮਤਲਬ ਹੈ ਜਿਹੜੇ ਲੱਖਾਂ ਕਰੋੜਾਂ ਆਕਾਸ਼ਾਂ ਵਿੱਚੋਂ ਮੁੱਖ ਨੇ ਉਹ 7 ਆਕਾਸ਼ ਨੇ। ਲੱਖਾਂ ਕਰੋੜਾਂ ਪਤਾਲਾਂ ਵਿੱਚੋਂ ਜਿਹੜੇ ਮੁੱਖ ਨੇ ਉਹ 7 ਪਤਾਲ ਹਨ। ਕੁੱਲ ਗਿਣਤੀ 14 ਹੋ ਗਈ। ਇਹ ਜਿਹੜੇ 14 ਲੋਕ ਨੇ, ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਇਹ ਬਾਜ਼ਾਰ ਹੈ, ਇਹ ਦੁਕਾਨਾਂ ਨੇ। ਹਾਂਜੀ, ਜੇਤੇ ਜੀਵ ਤੇ ਵਣ ਜਾਰੇ। ਇਹਨਾਂ 14 ਭਵਨਾਂ ਵਿੱਚ ਜਿਤਨੇ ਜੀ ਆਏ ਨੇ, ਇਹਨਾਂ 14 ਦੁਕਾਨਾਂ ਵਿੱਚ ਜਿਤਨੇ ਵੀ ਜੀਵ ਜੰਤੂ ਆਏ ਨੇ, ਇਹ ਸਾਰੇ ਜੀਵ ਵਣਜਾਰੇ ਨੇ, ਵਪਾਰ ਕਰਨ ਲਈ ਪਹੁੰਚੇ ਨੇ, ਵਣਜ ਕਰਨ ਲਈ ਆਏ ਨੇ। ਵਪਾਰ ਕਰਨ ਦਾ ਨਿਯਮ ਹੈ ਕਿ ਪਹਿਲਾਂ ਤੁਹਾਡੀ ਜੇਬ ਵਿੱਚ, ਖੀਸੇ 'ਚ ਕੁਝ ਪੈਸੇ ਹੋਣਗੇ, ਉਹ ਪੈਸੇ ਖਰਚੋਗੇ, ਖਰਚ ਕੇ ਉਹਦੇ ਬਦਲੇ ਵਿੱਚ ਕੁਝ ਨਾ ਕੁਝ ਖਰੀਦੋਗੇ। ਪਾਰ ਬ੍ਰਹਮ ਪਰਮੇਸ਼ਰ ਨੇ ਸਾਨੂੰ ਸਾਰਿਆਂ ਨੂੰ ਇਹ ਸੰਸਾਰ ਦੇ ਵਿੱਚ ਵਪਾਰ ਕਰਨ ਲਈ ਭੇਜਿਆ, ਔਰ ਪੂੰਜੀ ਦੇ ਕੇ ਭੇਜਿਆ, ਪੈਸੇ ਦੇ ਕੇ ਭੇਜਿਆ, ਤੇ ਉਹ ਪੂੰਜੀ ਹੈ ਸਾਡੇ ਸਵਾਸ। ਸਾਡੇ ਜਿਹੜੇ ਸਵਾਸ ਨੇ ਨਾ, ਇਹ ਸਵਾਸਾਂ ਦੀ ਪੂੰਜੀ ਦੇ ਕੇ ਪਰਮੇਸ਼ਰ ਨੇ ਮਾਤ ਲੋਕ ਦੀ ਧਰਤੀ ਤੇ ਵਪਾਰ ਕਰਨ ਲਈ, ਵਣਜ ਕਰਨ ਲਈ ਸਾਨੂੰ ਸਾਰਿਆਂ ਨੂੰ ਭੇਜਿਆ। ਤੇ ਇਸ ਪੂੰਜੀ ਨੂੰ ਜਿਹੜੇ ਅਜਾਈ ਗਵਾ ਲੈਂਦੇ ਆ, ਜੋ ਵਣਜਣ ਆਏ ਨੇ ਉਸ ਨੂੰ ਵਣਜਣ ਦੀ ਬਜਾਏ ਸੱਜੇ ਖੱਬੇ ਭਟਕਦੇ ਫਿਰਦੇ ਨੇ। ਉਹ ਫਿਰ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਜਾ ਕੇ ਸ਼ੋਭਨੀਕ ਨਹੀਂ ਹੁੰਦੇ। ਉਹਨਾਂ ਨੂੰ ਕਿਹਾ ਜਾਂਦਾ ਨਖੱਟੂ। ਜੋ ਸੀ ਉਹ ਵੀ ਆਪਣੇ ਪੱਲਿਓਂ ਗਵਾ ਲਿਆ। ਤੋ ਗਰੀਬ ਨਵਾਜ ਸਾਹਿਬ ਸਾਨੂੰ ਸਾਰਿਆਂ ਨੂੰ ਚੇਤਾ ਕਰਾ ਰਹੇ ਨੇ ਕਿ ਇਹ ਸੰਸਾਰ ਦੇ ਵਿੱਚ ਜਿਤਨੇ ਵੀ ਜੀਵ ਆਏ ਨੇ ਸਭ ਵਣਜਾਰੇ ਨੇ, ਵਪਾਰ ਕਰਨ ਵਾਸਤੇ, ਵਣਜ ਕਰਨ ਵਾਸਤੇ ਆਏ ਹੋਏ ਨੇ। ਖੁੱਲੇ ਹੱਟ ਹੋਆ ਵਪਾਰ। ਇਹ ਸੰਸਾਰ ਰੂਪੀ ਹੱਟ ਜਿਸ ਦਿਨ ਤੋਂ ਖੁੱਲਿਆ ਉਸੇ ਦਿਨ ਤੋਂ ਵਪਾਰ ਦੀ ਪਰੰਪਰਾ ਚੱਲ ਪਈ। ਜਿਸ ਦਿਨ ਤੋਂ ਇਹ ਸੰਸਾਰ ਰੂਪੀ ਹੱਟ ਖੁੱਲਿਆ, ਜਾਂ ਇਦਾਂ ਕਹਿ ਸਕਦੇ ਹਾਂ ਜਿਸ ਦਿਨ ਇਹ ਸੰਸਾਰ ਪੈਦਾ ਹੋਇਆ, ਜਦੋਂ ਵੀ ਉਸ ਵੇਲੇ ਦਿਨ ਸੀ ਰਾਤ ਸੀ ਇਹ ਤਾਂ ਪਰਮੇਸ਼ਰ ਜਾਣੇ, ਪਰ ਕਦੇ ਨਾ ਕਦੇ ਤਾਂ ਸੰਸਾਰ ਦਾ ਪ੍ਰਾਰੰਭ ਹੋਇਆ ਸੀ ਨਾ। ਸਾਨੂੰ ਉਹਦਾ ਬੋਧ ਨਹੀਂ ਕਿ ਕਦੋਂ ਹੋਇਆ ਸੀ। ਨਾ ਸਾਨੂੰ ਥਿਤ ਦਾ ਪਤਾ, ਨਾ ਵਾਰ ਦਾ ਪਤਾ, ਨਾ ਰੁੱਤ ਦਾ ਪਤਾ, ਨਾ ਮਹੀਨੇ ਦਾ ਪਤਾ ਕਿ ਸਭ ਤੋਂ ਪ੍ਰਥਮ ਪਹਿਲਾ ਮਹੀਨਾ ਕਿਹੜਾ ਹੋਵੇਗਾ, ਜਾਂ ਸਭ ਤੋਂ ਪਹਿਲਾਂ ਪ੍ਰਥਮ ਤਾਰੀਖ ਕਿਹੜੀ ਹੋਵੇਗੀ। ਇਹ ਤਾਂ ਪਾਰ ਬ੍ਰਹਮ ਪਰਮੇਸ਼ਰ ਜਾਣੇ। ਪਰ ਜਿਸ ਦਿਨ ਤੋਂ ਬਣਿਆ ਇਹ ਕਹਿ ਸਕਦੇ ਜਦੋਂ ਆਰੰਭ ਹੋਇਆ, ਜਦੋਂ ਇਹ ਦੁਕਾਨ ਖੁੱਲੀ, ਕਹਿੰਦੇ ਉਸੇ ਦਿਨ ਤੋਂ ਇਹਦੇ ਵਿੱਚ ਵਪਾਰ ਚੱਲ ਪਿਆ। ਜੀਵ ਜੰਤੂ ਉਸੇ ਦਿਨ ਹੀ ਬਣ ਗਏ। ਹਾਂ, ਇਹ ਤਾਂ ਬੰਦਿਆਂ ਦੀਆਂ ਕਿਆਸ ਰਾਈਆਂ ਨੇ ਕਿ ਸੂਰਜ ਨਾਲੋਂ ਇੱਕ ਟੁਕੜਾ ਜ਼ਮੀਨ ਤੇ ਡਿੱਗਾ, ਉਹ ਸੈਂਕੜਿਆਂ ਸਾਲਾਂ ਤਾਈਂ, ਲੱਖਾਂ ਸਾਲਾਂ ਤਾਈਂ ਪਿਆ ਪਿਆ ਠੰਡਾ ਹੋਇਆ, ਉਹਦੀ ਧਰਤੀ ਬਣੀ, ਮੀਂਹ ਵਰਸਿਆ,
ਉਹਦੇ ਵਿੱਚੋਂ ਫਿਰ ਜੀਵ ਜੰਤੂ ਪੈਦਾ ਹੋਏ, ਫਿਰ ਬਾਂਦਰ ਪੈਦਾ ਹੋਏ, ਬਾਂਦਰਾਂ ਤੋਂ ਜੀ ਅਖੇ ਆਦਿ ਮਾਨਵ ਬਣੇ, ਮਨੁੱਖ ਬਣੇ। ਇਹ ਤਾਂ ਬੰਦੇ ਦੀਆਂ ਕਿਆਸ ਰਾਈਆਂ ਨੇ ਵੀ ਜੇ ਉਦੋਂ ਸੂਰਜ ਨਾਲੋਂ ਇੱਕ ਟੁਕੜਾ ਟੁੱਟ ਕੇ ਜ਼ਮੀਨ ਤੇ ਧਰਤੀ ਬਣ ਸਕਦੀ ਹੈ, ਕਰੋੜਾਂ ਸਾਲ ਪਹਿਲਾਂ ਇਹ ਧਰਤੀ ਬਣ ਗਈ, ਦੁਬਾਰਾ ਕਦੇ ਕੋਈ ਸੂਰਜ ਦਾ ਟੁਕੜਾ ਟੁੱਟ ਕੇ ਕਿਤੇ ਡਿੱਗਾ ਹੀ ਨਹੀਂ ਵੀ ਦੂਜੀ ਧਰਤੀ ਬਣ ਜਾਂਦੀ ਨੇੜੇ ਤੇੜੇ। ਐਸਾ ਦੁਬਾਰਾ ਕਿਉਂ ਨਹੀਂ ਹੋਇਆ? ਜੇ ਬਾਂਦਰਾਂ ਤੋਂ ਮਨੁੱਖ ਬਣੇ ਸੀ ਤੇ ਆ ਲੱਖਾਂ ਕਰੋੜਾਂ ਬਾਂਦਰੇ ਮੁੜ ਕੇ ਹਜ਼ਾਰਾਂ ਸਾਲਾਂ ਤੋਂ ਬਾਂਦਰ ਹੀ ਕਿਵੇਂ ਰਹਿ ਗਏ ਨੇ? ਇਹ ਕਿਉਂ ਨਹੀਂ ਮਨੁੱਖ ਪਏ ਹੁੰਦੇ? ਇਹ ਕਿਉਂ ਨਹੀਂ ਮਨੁੱਖ ਪਏ ਬਣਦੇ? ਇਹ ਬੰਦੇ ਦੀਆਂ ਆਪਣੀਆਂ ਕਿਆਸ ਰਾਈਆਂ ਨੇ। ਅੰਦਾਜ਼ੇ ਲਾਏ ਵੀ ਕਿੰਨੇ ਹਜ਼ਾਰ ਸਾਲ ਪਹਿਲਾਂ ਬੰਦੇ ਬਣੇ ਹੋਣਗੇ। ਕਿਸੇ ਆਖਿਆ ਜੀ 5000 ਸਾਲ ਪਹਿਲਾਂ ਦੀ ਸਭਿਅਤਾ ਸਾਨੂੰ ਮਿਲੀ ਹੈ। ਉਹਦੇ ਅਵੇਸ਼ ਵੇਖ ਕੇ ਏਦਾਂ ਪ੍ਰਤੀਤ ਹੁੰਦਾ ਵੀ 5000 ਸਾਲ ਪਹਿਲਾਂ ਇਹ ਬਣਿਆ ਹੋਵੇਗਾ। ਸਭ ਤੋਂ ਪਹਿਲਾਂ ਮਨੁੱਖ ਦੀ ਸਿਰਜਣਾ ਚਾਈਨਾ ਵਿੱਚ ਹੋਈ। ਕਿਸੇ ਨੇ ਇਹ ਕਿਹਾ ਵੀ ਉੱਥੇ 5 ਲੱਖ ਸਾਲ ਤੋਂ ਵੀ ਪੁਰਾਣੇ ਮਨੁੱਖਾਂ ਦੇ ਸਰੀਰਾਂ ਦੇ ਕੰਕਾਲ ਮਿਲੇ ਨੇ। ਉੱਥੇ ਬੰਦੇ ਪੈਦਾ ਹੋਏ ਹੋਣਗੇ। ਕਿਸੇ ਆਖਿਆ ਨਹੀਂ, ਜ਼ਰੂਰ ਭਾਰਤ ਖੰਡ ਦੇ ਦੱਖਣੀ ਹਿੱਸੇ ਵਿੱਚ ਮਨੁੱਖ ਦੀ ਉਤਪਤੀ ਹੋਈ ਹੋਵੇਗੀ। ਅੰਦਾਜ਼ਾ ਲਾਉਂਦੇ ਹੈ ਕਿਉਂਕਿ ਉੱਥੇ ਗਰਮੀ ਵੱਧ ਹੁੰਦੀ ਹੈ। ਮਨੁੱਖ ਦੇ ਸਰੀਰ ਤੇ ਵਾਲ ਨਹੀਂ ਹਨ ਚਮੜੀ ਦੇ ਉੱਤੇ। ਇਉਂ ਜਾਪਦਾ ਕਿਸੇ ਗਰਮ ਇਲਾਕੇ ਵਿੱਚ ਮਨੁੱਖ ਦੀ ਉਤਪਤੀ ਹੋਈ ਹੈ। ਏਦਾਂ ਬੜੇ ਬੜੇ ਅੰਦਾਜ਼ੇ ਲਾਉਂਦੇ ਆ, ਪਰ ਉਹ ਅੰਦਾਜ਼ੇ ਉਰੇ ਦੇ ਹੀ ਨੇ, ਕੋਈ ਕਿਸੇ ਟਿਕਾਣੇ ਤੇ ਨਹੀਂ ਪਹੁੰਚ ਸਕਦਾ। ਔਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਇਹਦਾ ਫੈਸਲਾ 500 ਸਾਲ ਪਹਿਲਾਂ ਕਰ ਗਏ ਹੈ ਕਿ ਜਿਸ ਕਰਤੇ ਨੇ ਇਸ ਸ੍ਰਿਸ਼ਟੀ ਨੂੰ ਸਾਜਿਆ ਉਹ ਆਪ ਜਾਣਦਾ ਵੀ ਕਦੋਂ ਸਾਜਿਆ ਤੇ ਕਿੱਥੋਂ ਪੈਦਾ ਕੀਤਾ, ਕਿਸ ਜਗ੍ਹਾ ਤੇ ਸਭ ਤੋਂ ਪਹਿਲਾਂ ਮਨੁੱਖ ਬਣਾਏ ਹੋਣਗੇ, ਜੀਵ ਬਣਾਏ ਹੋਣਗੇ। ਪਰ ਸਤ ਗੁਰਦੇਵ ਇਹ ਕਹਿੰਦੇ ਕਿ ਜਿਸ ਦਿਨ ਤੋਂ ਇਹ ਬਣੀ ਹੈ ਪ੍ਰਕਿਰਤੀ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲਖ ਦਰਿਆਓ, ਉਸੇ ਦਿਨ ਤੋਂ ਹੀ ਸੰਸਾਰ 'ਚ ਵਪਾਰ ਚੱਲ ਪਿਆ। ਯਾਨੀ ਕਿ ਮਨੁੱਖ ਪੈਦਾ ਹੋਏ, ਜੀਵ ਪੈਦਾ ਹੋਏ, ਔਰ ਇਹ ਸੰਸਾਰ ਦੇ ਵਿੱਚ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚ ਕੇ ਵਪਾਰ ਕਰਨ ਲੱਗ ਪਏ। ਜੋ ਪਹੁੰਚੈ ਸੋ ਚੱਲਣ ਹਾਰ। ਔਰ ਇਹ ਅਟਲ ਸੱਚਾਈ ਹੈ ਕਿ ਸੰਸਾਰ ਰੂਪੀ ਦੁਕਾਨ ਤੇ, ਇਸ ਬਾਜ਼ਾਰ ਵਿੱਚ ਜਿਹੜਾ ਆਇਆ, ਜਿਹੜਾ ਪਹੁੰਚਿਆ, ਉਹਨੇ ਸੰਸਾਰ ਰੂਪੀ ਬਾਜ਼ਾਰ ਵਿੱਚੋਂ ਆਪਣਾ ਵਣਜ ਖਤਮ ਕਰਨ ਤੋਂ ਬਾਅਦ ਚੱਲਣਾ ਹੈ, ਜਾਣਾ ਹੈ। ਜਿਹੜਾ ਪਹੁੰਚਿਆ ਉਹਨੇ ਚੱਲਣਾ ਜ਼ਰੂਰ ਹੈ, ਉਹਨੇ ਜਾਣਾ ਜ਼ਰੂਰ ਹੈ। ਜੋ ਜਨਮੈ ਸੋ ਜਾਨੋ ਮੂਆ। ਜਿਹੜਾ ਜਨਮ ਲੈ ਕੇ ਆਵੇਗਾ ਸੁਭਾਵਿਕ ਹੈ ਉਹ ਮਰਨ ਵਾਲੇ ਪਾਸੇ ਵਧੇਗਾ, ਜਾਵੇਗਾ। ਇਹੀ ਅਟਲ ਸੱਚਾਈ। ਜਿਹੜਾ ਪਹੁੰਚਿਆ, ਮਹਾਰਾਜ ਜੀ ਕਹਿੰਦੇ ਇੱਥੇ, ਉਹ ਚੱਲਣ ਹਾਰ ਹੈ, ਉਹਨੇ ਸੰਸਾਰ ਤੋਂ ਜਾਣਾ ਹੈ। ਧਰਮ ਦਲਾਲ ਪਾਏ ਨਿਸ਼ਾਨ। ਧਰਮ ਰਾਏ ਦਲਾਲ ਬਣ ਕੇ ਮਨੁੱਖ ਦੇ ਜੀਵ ਦੇ ਕੀਤੇ ਕਰਮਾਂ ਦੇ ਮੁਤਾਬਕ ਇਹਦੇ ਮੱਥੇ ਤੇ ਪ੍ਰਵਾਨਗੀ ਪਾਉਂਦਾ, ਲੇਖ ਪਾਉਂਦਾ, ਨਿਸ਼ਾਨ ਪਾਉਂਦਾ। ਧਰਮ ਦਾ ਇੱਥੇ ਮਤਲਬ ਧਰਮ ਰਾਏ ਜੀਵ ਦੇ ਕੀਤੇ ਹੋਏ ਕਰਮ, ਚਾਹੇ ਉਹ ਚੰਗੇ ਨੇ ਚਾਹੇ ਉਹ ਮਾੜੇ ਨੇ, ਉਹਨਾਂ ਦੇ ਮੁਤਾਬਕ ਲੇਖ ਪਾਉਂਦਾ, ਨਿਸ਼ਾਨ ਪਾਉਂਦਾ। ਉਹ ਵੇਖਦਾ ਵੀ ਇਹ ਖਰਾ ਕਿ ਖੋਟਾ ਹੈ। ਖਰਿਆਂ ਨੂੰ ਸਾਹਿਬ ਦੇ ਖਜ਼ਾਨੇ 'ਚ ਪਾਈ ਜਾਂਦਾ, ਖੋਟਿਆਂ ਨੂੰ ਫਿਰ ਆਵਾ ਗਾਉਣ ਦੇ ਚੱਕਰਾਂ 'ਚ ਭਰਮਾਈ ਜਾਂਦਾ। ਹਾਂਜੀ। ਨਾਨਕ ਨਾਮ ਲਾਹਾ ਪਰਵਾਨ। ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਰੂਪੀ ਦੁਕਾਨ ਤੇ ਜਿਹੜੇ ਆ ਕੇ ਪਰਮੇਸ਼ਰ ਦੇ ਨਾਮ ਦਾ ਭਜਨ ਦਾ ਲਾਹਾ ਲੈਂਦੇ ਐ, ਉਹੀ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹੁੰਦੇ ਨੇ। ਜਿਹੜੇ
ਇਸ ਸੰਸਾਰ ਦੇ ਵਿੱਚ ਆ ਕੇ ਨਾਮ ਦਾ ਲਾਹਾ ਪ੍ਰਾਪਤ ਕਰਦੇ ਨੇ। ਅਸਲ ਵਿੱਚ ਸਾਡਾ ਜਨਮ ਇਸੇ ਲਾਹੇ ਨੂੰ ਪ੍ਰਾਪਤ ਕਰਨ ਲਈ ਹੋਇਆ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇਰਾ ਇਹ ਸੰਸਾਰ ਦੇ ਵਿੱਚ ਜਨਮ ਹੀ ਪਰਮੇਸ਼ਰ ਦੇ ਭਜਨ ਵਾਸਤੇ ਹੋਇਆ। ਇਸ ਕਰਕੇ ਗੁਰਦੇਵ ਕਹਿੰਦੇ ਪਾਰ ਬ੍ਰਹਮ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ, ਇਸ ਅੰਮ੍ਰਿਤ ਨਾਮ ਦਾ ਲਾਹਾ ਪ੍ਰਾਪਤ ਕਰ। ਜਿਹੜੇ ਸੰਸਾਰ ਵਿੱਚ ਨਾਮ ਦਾ ਲਾਹਾ ਲੈਂਦੇ ਐ ਉਹੀ ਉਸ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਵਾਨ ਹਨ। ਘਰ ਆਏ ਬੱਜੀ ਬਾਧਾਏ, ਕਹਿੰਦੇ ਜਿਹੜੇ ਨਾਮ ਦਾ ਲਾਹਾ ਲੈਂਦੇ ਆ, ਜਦੋਂ ਆਪਣੇ ਨਿਜ ਘਰ ਵਿੱਚ ਆਉਂਦੇ ਆ ਨਾ ਲਾਹਾ ਲੈ ਕੇ, ਫਿਰ ਉਹਨਾਂ ਵਾਸਤੇ ਵਧਾਈਆਂ ਵੱਜਦੀਆਂ ਨੇ। ਘਰ ਆਏ ਵੱਜੀ ਵਧਾਈ, ਵਧਾਈਆਂ ਵੱਜਦੀਆਂ ਵੀ ਨਿਜ ਘਰ ਚ ਆ ਗਿਆ, ਆਪਣੇ ਨਿਜ ਘਰ ਚ ਪਹੁੰਚ ਗਿਆ। ਇਹ ਹੁਣ ਆਵਾ ਗੌਣ ਤੋਂ ਰਹਿਤ ਹੋ ਗਿਆ। ਇਹਦਾ ਜਨਮ ਤੇ ਮਰਨ ਦੋਵੇਂ ਕੱਟੇ ਗਏ ਨੇ। ਇਹ 84 ਦੇ ਗੇੜ ਤੋਂ ਮੁਕਤ ਹੋ ਗਿਆ। ਇਹ ਆਪਣੇ ਨਿਜ ਆਤਮ ਸਰੂਪ ਦੇ ਮਹਿਲ ਦੇ ਵਿੱਚ ਆ ਕੇ ਟਿਕ ਗਿਆ। ਕਹਿੰਦੇ ਉਹਨੂੰ ਫਿਰ ਵਧਾਈਆਂ ਪ੍ਰਾਪਤ ਹੁੰਦੀਆਂ ਹਨ। ਸੱਚ ਨਾਮ ਕੀ ਮਿਲੀ ਵਡਿਆਈ, ਤੇ ਨਾ ਗੁਰਮੁਖਾਂ ਨੂੰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਸੱਚੇ ਨਾਮ ਨੂੰ ਜਪਣ ਦੀ ਵੱਡੀ ਵਡਿਆਈ ਪ੍ਰਾਪਤ ਹੋਈ ਹੈ। ਇਹ ਐਸੀ ਵੱਡੀ ਵਡਿਆਈ ਹੈ ਪਰਮੇਸ਼ਰ ਦੇ ਨਾਮ ਜਪਣ ਦੀ, ਉਹ ਕੇਵਲ ਗੁਰਮੁਖਾਂ ਨੂੰ ਪ੍ਰਾਪਤ ਹੋਈ ਹੈ। ਮਹੱਲਾ ਪਹਿਲਾ। ਰਾਤੀ ਹੋਵਨ ਕਾਲੀਆ, ਸੋਪੇ ਦਾਸੇ ਬੰਨ। ਕਹਿੰਦੇ ਰਾਤਾਂ ਕਾਲੀਆਂ ਹੁੰਦੀਆਂ ਨੇ ਤੇ ਕਾਲੀਆਂ ਰਾਤਾਂ ਵਿੱਚ ਪਈਆਂ ਚਿੱਟੀਆਂ ਵਸਤੂਆਂ, ਚਿੱਟੇ ਕੱਪੜੇ, ਚਿੱਟੇ ਵਸਤਰ, ਉਹ ਚਿੱਟੇ ਹੀ ਰਹਿੰਦੇ ਨੇ। ਉਹ ਕਾਲੀਆਂ ਰਾਤਾਂ ਦੇ ਪ੍ਰਭਾਵ ਥੱਲੇ ਦੱਬੇ ਹੋਏ ਕਾਲੇ ਨਹੀਂ ਹੁੰਦੇ। ਤੈਸੇ ਰੱਬ ਦੇ ਪਿਆਰੇ ਜੇ ਕਿਤੇ ਸਾਕਤਾਂ ਦੀ ਕਾਲਖ ਦੇ ਵਿੱਚ ਚਲੇ ਵੀ ਜਾਣ, ਉੱਥੇ ਜਾ ਕੇ ਵੀ ਉਹ ਨਿਰਮਲ, ਉਜਵਲ ਤੇ ਸ਼ੁੱਧ ਰਹਿੰਦੇ ਐ। ਉਹ ਮਨਮੁਖਾਂ ਤੇ ਸਾਕਤਾਂ ਦੀ ਸੰਗਤ ਦੇ ਪ੍ਰਭਾਵ ਥੱਲੇ ਨਹੀਂ ਦੱਬਦੇ, ਉਹਨਾਂ ਦੇ ਅਸਰ ਹੇਠਾਂ ਨਹੀਂ ਆਉਂਦੇ। ਉਹ ਸਾਕਤਾਂ ਤੇ ਦੁਰਜਨਾਂ ਦੇ ਸੰਗ ਦੇ ਵਿੱਚ ਵੀ ਨਿਰਮਲ ਤੇ ਉਜਵਲ ਰਹਿੰਦੇ ਹਨ। ਦੇਹੋ ਬੱਗਾ ਤਪੈ ਘਣਾ, ਕਾਲਿਆ ਕਾਲੇ ਬੰਨ। ਤੇ ਚਿੱਟੇ ਰੰਗ ਦੇ ਦਿਨ ਵਿੱਚ ਪਈਆਂ ਕਾਲੀਆਂ ਵਸਤੂਆਂ ਕਾਲੀਆਂ ਰਹਿੰਦੀਆਂ ਨੇ। ਉਹ ਕਾਲੀਆਂ ਵਸਤੂਆਂ ਚਿੱਟੇ ਰੰਗ ਦੇ ਦਿਨ ਦੇ ਸੰਗਤ ਵਿੱਚ ਚਿੱਟੀਆਂ ਨਹੀਂ ਹੋ ਜਾਂਦੀਆਂ। ਇਸੇ ਤਰ੍ਹਾਂ ਜੇ ਕੋਈ ਮਨਮੁਖ, ਸਾਕਤ, ਦੁਰਜਨ ਬੰਦਾ ਸਤਿਪੁਰਸ਼ਾਂ ਦੀ ਸੰਗਤ ਵਿੱਚ ਜਾਵੇ, ਉਹਨਾਂ ਦੀ ਸੰਗਤ ਕਰਕੇ ਉਹਨੇ ਉੱਥੇ ਵੀ ਕਿੰਤੂ ਪਰੰਤੂ ਤੇ ਸ਼ੰਕਿਆਂ 'ਚ ਪਏ ਰਹਿਣਾ, ਔਰ ਉਹਨਾਂ ਦੀ ਸੰਗਤ ਕਰਕੇ ਸਤਿਪੁਰਸ਼ਾਂ ਦੇ ਪ੍ਰਭਾਵ ਥੱਲੇ ਉਹ ਮਨਮੁਖ ਸਾਕਤ ਨਹੀਂ ਆਉਂਦੇ। ਇੱਕ ਸੱਜਣ ਕਿਸੇ ਮਹਾਂਪੁਰਸ਼ ਦੇ ਪਾਸ ਪਹੁੰਚਿਆ, ਕਹਿਣ ਲੱਗਾ, ਮਹਾਤਮਾ ਜੀ ਮੈਂ ਤੁਹਾਡੀ ਸੰਗਤ ਕਰਨੀ ਚਾਹੁੰਦਾ, ਤੁਹਾਡੇ ਕੋਲ ਰਹਿਣਾ ਚਾਹੁੰਦਾ। ਕਹਿਣ ਲੱਗੇ ਵੀ ਜੀ ਸਦਕੇ ਆਓ, ਰੱਜ ਰੱਜ ਰਹੋ। ਉਹਨਾਂ ਸਾਧੂਆਂ ਨੇ ਵੇਖ ਲਿਆ ਸੀ ਦ੍ਰਿਸ਼ਟੀ ਮਾਰ ਕੇ ਵੀ ਇਹ ਕੈਸਾ ਵਿਅਕਤੀ ਹੈ। ਉਹਨਾਂ ਨੇ ਇੱਕ ਪਾਰਸ ਦਾ ਵੱਟਾ ਦਿੱਤਾ ਇਹਨੂੰ, ਉਹਦੇ ਤੇ ਕਾਗਜ਼ ਲਪੇਟਿਆ ਹੋਇਆ, ਕਾਗਜ਼ ਵਿੱਚ ਲਪੇਟ ਕੇ ਇੱਕ ਲੋਹੇ ਦੇ ਡੱਬੇ 'ਚ ਪਾ ਕੇ ਰੱਖਣ ਨੂੰ ਕਹਿ ਦਿੱਤਾ ਵੀ ਸੱਜਣਾ ਇਹ ਸਾਂਭ ਕੇ ਰੱਖ ਲੈ, ਸਮਾਂ ਆਉਣ ਤੇ ਤੇਰੇ ਕੋਲ ਲਵਾਂਗੇ। ਇਹਨੇ ਉਹ ਪਾਰਸ ਦਾ ਵੱਟਾ ਕਾਗਜ਼ 'ਚ ਲਪੇਟ ਕੇ ਲੋਹੇ ਦੇ ਡੱਬੇ 'ਚ ਪਾ ਕੇ ਤੇ ਰੱਖ ਦਿੱਤਾ। ਸਾਲ ਬੀਤਿਆ, 2 ਸਾਲ ਬੀਤੇ, 3 ਸਾਲ ਬੀਤੇ,
ਕਹਿਣ ਲੱਗਾ ਤੁਸੀਂ ਸੰਤ ਨਹੀਂ ਹੋ, ਤੁਸੀਂ ਤਾਂ ਪਖੰਡੀ। ਉਹ ਕਹਿਣ ਲੱਗੇ ਵੀ ਕੀ ਗੱਲ? ਕਹਿੰਦਾ 3 ਸਾਲ ਦਾ ਸਮਾਂ ਤੁਹਾਡੇ ਕੋਲ ਬਤੀਤ ਕਰ ਦਿੱਤਾ, ਤੁਹਾਡਾ ਕੋਈ ਅਸਰ ਮੇਰੇ ਤੇ ਹੋਇਆ ਹੀ ਨਹੀਂ। ਮੈਨੂੰ ਕੋਈ ਰਸ ਨਹੀਂ ਮਿਲਿਆ, ਅੰਦਰ ਦਾ ਖੇੜਾ ਨਹੀਂ ਮਿਲਿਆ। ਮੈਂ ਜਿਹੋ ਜਿਹਾ ਆਇਆ ਸੀ ਉਦਾਂ ਦਾ ਹੀ ਹਾਂ, ਮੇਰਾ ਜੀਵਨ ਕੁਝ ਬਦਲਿਆ ਹੀ ਨਹੀਂ। ਇਹ ਤੁਹਾਡੀ ਸੰਗਤ ਕੀਤਿਆਂ ਮੇਰਾ ਸਮਾਂ ਨਿਸ਼ਫਲ ਗਿਆ, ਅਜਾਈ ਗਿਆ। ਵੀ ਜਾਂ ਤਾਂ ਤੁਸੀਂ ਪਖੰਡੀ ਹੋ। ਸੰਤ ਕਹਿਣ ਲੱਗੇ ਵੀ ਤੇਰੇ ਇਸ ਸ਼ੰਕੇ ਦਾ ਨਿਵਾਰਨ ਲਈ ਇਹਦਾ ਜਵਾਬ ਅਸੀਂ ਤੈਨੂੰ ਪਹਿਲੇ ਦਿਨ ਹੀ ਦੇ ਦਿੱਤਾ ਸੀ। ਸਾਨੂੰ ਪਤਾ ਸੀ ਕੁਝ ਸਮੇਂ ਬਾਅਦ ਤੂੰ ਇਹ ਗੱਲ ਆਖਣੀ ਹੈ, ਤੇ ਅਸੀਂ ਉਹਦਾ ਸਮਾਧਾਨ, ਉਹਦਾ ਜਵਾਬ ਤੈਨੂੰ ਉਸੇ ਦਿਨ ਦੇ ਦਿੱਤਾ ਸੀ ਜਿਸ ਦਿਨ ਤੂੰ ਆਇਆ ਸੀ। ਏਦਾਂ ਕਰ, ਉਹ ਲੋਹੇ ਦਾ ਡੱਬਾ ਉਹ ਕੱਢ ਕੇ ਲਿਆ ਜਿਹੜਾ ਤੈਨੂੰ ਪਹਿਲੇ ਦਿਨ ਰੱਖਣ ਨੂੰ ਦਿੱਤਾ ਸੀ। ਲਿਆਂਦਾ। ਕਹਿੰਦੇ ਇਹਦੇ ਵਿੱਚ ਜਿਹੜਾ ਪਾਰਸ ਹੈ ਉਹ ਬਾਹਰ ਕੱਢ, ਕਾਗਜ਼ ਚੋਂ ਬਾਹਰ ਕੱਢ ਕੇ ਕਹਿੰਦੇ ਹੁਣ ਇਸ ਲੋਹੇ ਦੇ ਡੱਬੇ ਨਾਲ ਰੱਖਿਆ ਤੇ ਲੋਹੇ ਦਾ ਡੱਬਾ ਉਸੇ ਵੇਲੇ ਸੋਨੇ ਦਾ ਹੋ ਗਿਆ। ਕਹਿੰਦੇ 3 ਸਾਲ ਹੋ ਗਏ ਸੀ ਵੀ ਇਹ ਸੋਨਾ ਕਿਉਂ ਨਹੀਂ ਹੋਇਆ, ਇਹਦੇ ਵਿੱਚ ਪਿਆ ਰਿਹਾ ਇਹ ਪਾਰਸ, ਹੁਣ ਝੱਟ ਸੋਨਾ ਕਿਵੇਂ ਹੋ ਗਿਆ? ਕਹਿਣ ਲੱਗਾ ਜੀ ਉੱਤੇ ਕਾਗਜ਼ ਸੀ ਤੇ ਕਾਗਜ਼ ਦੇ ਲਪੇਟੇ ਹੋਣ ਕਰਕੇ ਇਹ ਸੋਨਾ ਨਹੀਂ ਹੋ ਸਕਿਆ, ਇਹ ਸਵਰਨ ਨਹੀਂ ਬਣ ਸਕਿਆ। ਕਹਿਣ ਲੱਗੇ ਜਦੋਂ ਤੂੰ ਆਇਆ ਸੀ ਅਸੀਂ ਵੇਖ ਲਿਆ ਸੀ ਵੀ ਤੂੰ ਵੀ ਆਪਣੇ ਅੰਦਰ ਮਨਮੁਖਤਾ ਦਾ ਕਾਗਜ਼ ਲਪੇਟਿਆ ਹੋਇਆ, ਪਾਰਸ ਰੂਪੀ ਸੰਤ ਦੀ ਸੰਗਤ ਕਰਕੇ ਤਾਂ ਸੋਨਾ ਨਹੀਂ ਸੀ ਹੋਣਾ। ਜੇ ਸਵਰਨ ਬਣਨਾ, ਜੇ ਸੋਨਾ ਹੋਣਾ ਤਾਂ ਉਹਦੇ ਵਾਸਤੇ ਤੈਨੂੰ ਪਹਿਲਾਂ ਆਪਣੇ ਅੰਦਰੋਂ ਮਨਮੁਖਤਾਈ ਦੇ ਲੱਛਣ ਤਿਆਗਣੇ ਪੈਣਗੇ। ਆਪਣੇ ਮਨ ਦੀਆਂ ਹੁਰਮਤਾਂ ਛੱਡ ਕੇ ਜੋ ਸਤਿਪੁਰਸ਼ ਕਹਿਣ ਉਹਨਾਂ ਦੀ ਕਮਾਈ ਕਰਨੀ ਹੈ, ਉਹਨਾਂ ਬਚਨਾਂ ਨੂੰ ਸੁਣ ਕੇ ਉਹਨਾਂ ਨੂੰ ਕਮਾਉਣਾ ਹੈ। ਕੇਵਲ ਸੰਗਤ ਕਰਨ ਨਾਲ ਥੋੜੀ ਕੋਈ ਗੱਲ ਬਣੇਗੀ। ਜੇ ਵਚਨ ਹੀ ਨਾ ਕਮਾਓਗੇ, ਸੁਣ ਕੇ ਇੱਕ ਕੰਨ ਚੋਂ ਦੂਜੇ ਕੰਨ ਚੋਂ ਕੱਢੀ ਜਾਓਗੇ ਤਾਂ ਕਿਵੇਂ ਤੁਹਾਡੇ ਤੇ ਰੰਗ ਬਣੇਗਾ? ਇਸ ਕਰਕੇ ਭਾਈ ਜੋ ਸੁਣਿਆ ਉਹਨੂੰ ਕਮਾ ਵੀ। ਮਨਮੁਖ ਬੰਦਾ ਜੇ ਕਿਤੇ ਸਤਿਪੁਰਸ਼ ਦੀ ਸੰਗਤ ਵਿੱਚ ਚਲਾ ਵੀ ਜਾਏ ਉਹ ਫਿਰ ਵੀ ਮਨਮੁਖ ਹੀ ਰਹਿੰਦਾ। ਕਾਂ ਤੇ ਬਗਲੇ ਜੇ ਕਿਤੇ ਭੁੱਲਿਆ ਭੁਲੇਖਿਆਂ ਗੰਗਾ ਦੇ ਕਿਨਾਰੇ ਜਾ ਵੀ ਬੈਠਣ, ਕਿਸੇ ਤੀਰਥ ਦੇ ਕੰਢੇ, ਉੱਥੇ ਜਾ ਕੇ ਵੀ ਉਹਨਾਂ ਨੇ ਡੱਡੂ ਤੇ ਮੱਛੀਆਂ ਖਾਣ ਦੀ ਪ੍ਰਵਿਰਤੀ ਰੱਖਣੀ ਤੇ ਕਾਂ ਨੇ ਗੰਧ 'ਚ ਚੁੰਝ ਮਾਰਨ ਦੀ ਬਿਰਤੀ ਰੱਖਣੀ। ਇੱਕ ਵਿਦਵਾਨ ਕਹਿੰਦਾ ਕਾਗ ਅਟਾਰੀ ਪਰਬ ਹੈ, ਕਿਆ ਵੈ ਖਗਪਤ ਹੋਏ। ਜੇ ਕਿਤੇ ਕਾਂ ਅਟਾਰੀ ਤੇ ਬਹਿ ਜਾਏ ਤਾਂ ਉਹ ਗਰੜ ਨਹੀਂ ਹੋ ਜਾਂਦਾ। ਇਸੇ ਤਰ੍ਹਾਂ ਮਨਮੁਖ ਸਾਖਤ ਮਨੁੱਖ ਜੇ ਕਿਸੇ ਸਤਿਪੁਰਸ਼ ਦੀ ਸੰਗਤ ਵਿੱਚ ਚਲਾ ਵੀ ਜਾਏ ਤਾਂ ਉਹਦੀ ਸੰਗਤ ਦਾ ਅਸਰ ਉਹਦੇ ਤੇ ਨਹੀਂ ਹੁੰਦਾ, ਉਹ ਕਬੂਲਦਾ ਹੀ ਨਹੀਂ। ਤੋ ਗਰੀਬ ਨਵਾਜ਼ ਸਾਹਿਬ ਉਦਾਹਰਣ ਦੇ ਕੇ ਸਾਨੂੰ ਸਮਝਾ ਰਹੇ ਨੇ ਕਿ ਜਿਵੇਂ ਦਿਨ ਤਪਦਾ, ਦਿਨ ਚਿੱਟਾ ਹੈ, ਚਿੱਟੇ ਰੰਗ ਦੇ ਦਿਨ ਦੀ ਸੰਗਤ ਕਰਕੇ ਕਾਲੇ ਰੰਗ ਦੀਆਂ ਵਸਤੂਆਂ ਚਿੱਟੀਆਂ ਨਹੀਂ ਹੁੰਦੀਆਂ, ਉਹ ਕਾਲੀਆਂ ਰਹਿੰਦੀਆਂ ਨੇ। ਕਾਲਿਆਂ ਕਾਲੇ ਵੰਨ, ਉਹ ਕਾਲੀਆਂ ਵਸਤੂਆਂ ਕਾਲੀਆਂ ਹੀ ਰਹਿੰਦੀਆਂ ਹਨ। ਅੰਧੇ ਅਕਲੀ ਬਾਹਰੇ, ਮੂਰਖ ਅੰਧ ਗਿਆਨ। ਜਿਹੜੇ ਮਨੁੱਖ ਅੰਨੇ ਨੇ ਤੇ ਅਕਲ ਤੋਂ ਬਾਹਰੇ ਨੇ ਉਹ ਮੂਰਖ ਨੇ, ਉਹਨਾਂ ਦੇ ਅੰਦਰ ਅੰਧ ਗਿਆਨ ਹੈ। ਅੰਧ ਗਿਆਨ ਦਾ ਮਤਲਬ ਅੰਨਾ ਗਿਆਨ। ਅੰਨਾ ਗਿਆਨ ਵੀ ਜਿਹਦੇ ਵਿੱਚ ਕੋਈ ਨੇਤਰ ਹੈ ਨਹੀਂ, ਸੋਝੀ ਹੈ ਹੀ ਨਹੀਂ, ਅਗਿਆਨ ਨਾਲ ਭਰੇ ਹੋਏ ਨੇ। ਭੁਲੇਖਾ ਉਹਨਾਂ ਨੂੰ ਇਹ ਹੈ ਵੀ ਸਾਨੂੰ ਗਿਆਨ ਹੈ, ਭਰਮ ਇਹ ਹੈ ਕਿ ਸਾਨੂੰ ਗਿਆਨ ਹੈ, ਪਰ ਗਿਆਨ ਹੈ ਨਹੀਂ। ਉਹਨੂੰ ਅੰਧ ਗਿਆਨ ਕਹਿੰਦੇ ਵੀ ਗਿਆਨ ਹੋਣ ਦਾ ਭਰਮ ਹੋਣਾ,
ਇੱਕ ਹੁੰਦਾ ਗਿਆਨ ਹੋਣਾ, ਇੱਕ ਹੁੰਦਾ ਗਿਆਨ ਹੋਣ ਦਾ ਭਰਮ ਹੋਣਾ। ਜਿਹਨੂੰ ਗਿਆਨ ਹੋਣ ਦਾ ਭਰਮ ਹੈ ਨਾ, ਉਹਨੂੰ ਕੋਈ ਗਿਆਨ ਨਹੀਂ ਦੇ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿਹੜਾ ਗਿਆਨੀ ਹੋਵੇਗਾ, ਜਿਹੜਾ ਕਹੇਗਾ ਮੈਨੂੰ ਨਹੀਂ ਪਤਾ, ਉਹਨੂੰ ਤਾਂ ਤੁਸੀਂ ਗਿਆਨ ਦੇ ਲੋਗੇ। ਜਿਹੜਾ ਕਹੇਗਾ ਮੈਨੂੰ ਪਤਾ, ਉਹਨੂੰ ਤੁਸੀਂ ਕਿਵੇਂ ਗਿਆਨ ਦਿਓਗੇ? ਜਿਹਨੂੰ ਇਹ ਭਰਮ ਹੋਵੇ ਵੀ ਮੈਂ ਜਾਣਦਾ। ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਣਾ ਸੀ ਸੱਜਣਾ ਨੇ, ਇੱਕ ਨੂੰ ਨਹੀਂ ਸੀ ਪਤਾ, ਉਹਨੇ ਪੁੱਛਿਆ, ਪੁੱਛਦਾ ਪੁਛਾਉਂਦਾ ਟੁਰ ਕੇ ਸਿੱਧਾ ਚੱਲ ਪਿਆ ਵੀ ਲਹਿੰਦੇ ਵਾਲੇ ਪਾਸੇ ਜਾਣਾ ਤੇ ਜਾ ਕੇ ਦਰਸ਼ਨ ਕਰ ਲੈ। ਦੂਜਾ ਕਹਿੰਦਾ ਵੀ ਮੈਂ ਤਾਂ ਪੁੱਛ ਕੇ ਵੀ ਨਹੀਂ ਜਾ ਸਕਦਾ। ਉਹਨੂੰ ਪਤਾ ਲੱਗਾ ਵੀ ਕੁਝ ਸੰਗੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਰਹੇ ਨੇ, ਉਹ ਉਹਨਾਂ ਦੇ ਨਾਲ ਨਾਲ ਟੁਰ ਪਿਆ। ਉਹਨਾਂ ਨੂੰ ਪਤਾ ਸੀ, ਉਹ ਵੀ ਉੱਥੇ ਪਹੁੰਚ ਗਿਆ। ਉਹਨੇ ਵੀ ਜਾ ਕੇ ਸਰੋਵਰ 'ਚ ਚੁੱਭਾ ਮਾਰਿਆ, ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਦੀਦਾਰ ਕਰ ਲਏ। ਤੀਜਾ ਸੀ ਅੰਧ ਗਿਆਨੀ, ਉਹ ਕਹਿੰਦਾ ਮੈਨੂੰ ਪਤਾ, ਮੈਂ ਗਿਆ ਹੋਇਆ ਕਈ ਵਾਰੀ ਪਹਿਲਾਂ। ਉਹ ਟੁਰਿਆ, ਜਾਣਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸੀ, ਦਿਸ਼ਾ ਭਰਮ ਹੋ ਗਿਆ ਕਿ ਅੰਮ੍ਰਿਤਸਰ ਸਾਹਿਬ ਜਾਣ ਦੀ ਬਜਾਏ ਮੂੰਹ ਦਿੱਲੀ ਨੂੰ ਕਰ ਲਿਆ। ਕਿਸੇ ਆਖਿਆ ਉਹ ਤੂੰ ਗਲਤ ਜਾ ਰਿਹਾ, ਕਹਿੰਦਾ ਤੂੰ ਜ਼ਿਆਦਾ ਗਿਆਨੀ ਹੈ, ਮੈਂ ਕਈ ਵਾਰੀ ਜਾ ਕੇ ਆਇਆ, ਪਹਿਲਾਂ ਇਹੀ ਰਾਹ ਹੈ। ਉਹ ਗਿਆ, ਰਸਤਾ ਵੀ ਤੈਅ ਕੀਤਾ, ਸਮਾਂ ਵੀ ਬਰਬਾਦ ਕੀਤਾ, ਪਰ ਪਹੁੰਚਿਆ ਨਹੀਂ ਟਿਕਾਣੇ ਤੇ। ਉਹਨਾਂ ਨੂੰ ਕਹਿੰਦੇ ਆ ਅੰਧ ਗਿਆਨੀ। ਅੰਧ ਗਿਆਨੀ ਦਾ ਕੋਈ ਇਲਾਜ ਨਹੀਂ ਹੈ। ਜਿਹਨੂੰ ਇਹ ਭਰਮ ਹੋ ਗਿਆ ਵੀ ਮੈਂ ਜਾਣਦਾ, ਉਹਨੂੰ ਕੋਈ ਗਿਆਨ ਨਹੀਂ ਦੇ ਸਕਦਾ। ਇਸ ਕਰਕੇ ਮਹਾਰਾਜ ਜੀ ਉਹਨਾਂ ਨੂੰ ਕਹਿੰਦੇ ਮੂਰਖ ਅੰਧ ਗਿਆਨ। ਉਹ ਜਿਹੜੇ ਅੰਧ ਗਿਆਨੀ ਨੇ ਨਾ, ਉਹ ਮੂਰਖ ਹਨ। ਨਾਨਕ ਨਦਰੀ ਬਾਹਰੇ ਕਬ ਹੈ ਨਾ ਪਾਵਹਿ ਮਾਨ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਕਿ ਜਿਹੜੇ ਉਸ ਪਾਰ ਬ੍ਰਹਮ ਪਰਮੇਸ਼ਰ ਦੀ ਨਜ਼ਰ ਤੋਂ ਬਾਹਰੇ ਨੇ ਨਾ, ਉਹ ਕਦੇ ਵੀ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਘਰ ਵਿੱਚ ਮਾਣ ਨਹੀਂ ਪਾਉਂਦੇ। ਕਦੇ ਵੀ ਵਾਹਿਗੁਰੂ ਦੇ ਘਰ 'ਚ ਉਹਨਾਂ ਦਾ ਸਤਿਕਾਰ ਨਹੀਂ ਹੁੰਦਾ। ਪੌੜੀ ਮਹਾਰਾਜ ਤੀਸਰੇ ਪਾਤਸ਼ਾਹ ਜੀ ਉਚਾਰਦੇ ਹਨ, ਕਾਇਆ ਕੋਟ ਰਚਾਇਆ ਹਰ ਸੱਚਾ ਆਪੇ। ਕਾਇਆ ਦਾ ਇਹ ਕਿਲਾ ਵਾਹਿਗੁਰੂ ਪਰਮੇਸ਼ਰ ਨੇ ਆਪ ਰਚਿਆ। ਹਰੀ ਸੱਚੇ ਨੇ ਆਪ ਕਾਇਆ ਦੇ ਇਸ ਕਿਲੇ ਦੀ ਰਚਨਾ ਕੀਤੀ ਹੈ। ਇੱਕ ਦੂਜੇ ਭਾਏ ਖੁਆਇਨ ਹਉਮੈ ਵਿੱਚ ਵਿਆਪੇ। ਇੱਕ ਇਸ ਕਾਇਆ ਰੂਪੀ ਕਿਲੇ 'ਚ ਰਹਿ ਕੇ ਦੂਜੇ ਭਾਅ ਵਿੱਚ ਲੱਗੇ ਹੋਏ ਆਪਣਾ ਸਭ ਕੁਝ ਖੁਆ ਰਹੇ ਨੇ, ਗਵਾ ਰਹੇ ਨੇ। ਔਰ ਉਹਨਾਂ ਅੰਦਰ ਕੇਵਲ ਹੈਂਕੜ ਹਉਮੈ, ਉਸ ਹਉਮੈ ਵਿੱਚ ਹੀ ਉਹ ਵਿਆਪੇ ਹੋਏ ਹਨ। ਇਹੋ ਮਾਨਸ ਜਨਮ ਦੁਲੰਭ ਸਾ ਮਨ ਮੁਖ ਸੰਤਾਪੇ। ਇਹੋ ਮਾਨਸ ਜਨਮ ਦੁਲੰਭ ਸਾ, ਕਹਿੰਦੇ ਬੜਾ ਦੁਰਲਭ ਸੀ ਇਹ ਮਨੁੱਖਾ ਜਨਮ, ਇਹ ਬਾਰ-ਬਾਰ ਨਹੀਂ ਮਿਲਦਾ। ਇਹੋ ਮਾਨਸ ਜਨਮ ਦੁਲੰਭ ਸਾ, ਬੜਾ ਦੁਰਲਭ ਸੀ, ਬਾਰ-ਬਾਰ ਨਹੀਂ ਮਿਲਦਾ। ਪਰ ਮਨਮੁਖ ਬੰਦੇ ਇਹੋ ਜੇ ਦੁਰਲਭ ਜਨਮ ਨੂੰ ਪ੍ਰਾਪਤ ਕਰਕੇ ਵੀ ਸੰਤਾਪੇ, ਤਪਦੇ, ਸੜਦੇ, ਬਲਦੇ ਰਹਿੰਦੇ ਐ। ਕੀਮਤੀ ਸ਼ੈ ਮਨੁੱਖੀ ਸਰੀਰ ਨੂੰ ਹਾਸਲ ਕਰਕੇ ਮਨਮੁਖ ਫਿਰ ਵੀ ਤਪਦੇ ਰਹਿੰਦੇ ਐ। ਹਾਲਾਂਕਿ ਕਿਤਨਾ ਦੁਰਲਭ ਹੈ। ਜਿਸ ਦੇਹੀ ਨੂੰ ਦੇਵਤੇ ਸਿਮਰਦੇ ਐ, ਉਸ ਕੀਮਤੀ ਦੇਹ ਨੂੰ ਪ੍ਰਾਪਤ ਕਰਕੇ ਵੀ ਮਨਮੁਖ ਬੰਦਾ ਤਪਦਾ, ਸੜਦਾ, ਬਲਦਾ ਰਹਿੰਦਾ। ਹਾਂਜੀ, ਜਿਸ ਆਪ 부ਝਾਏ ਸੋ ਬੁੱਝ ਸੇ, ਜਿਸ ਸਤਿਗੁਰ ਥਾਪੇ। ਜਿਸ ਨੂੰ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਆਪ ਕਿਰਪਾ ਕਰਕੇ ਬੁਝਾਵੇ, ਉਹ ਇਸ ਅਵਸਥਾ ਨੂੰ ਬੁੱਝਦਾ ਹੈ। ਜਿਹਨੂੰ ਸਤਿਗੁਰੂ ਜੀ ਆਪ ਦਇਆ ਕਰਕੇ ਥਾਪਣ, ਨਿਵਾਜਣ, ਉਹੀ ਇਸ ਅਵਸਥਾ ਨੂੰ ਜਾਣਦਾ ਹੈ। ਸਭ ਜਗ ਖੇਲ ਰਚਾਇਓ ਨ
ਸਭ ਵਰਤੈ ਆਪੇ। ਇਹ ਸਾਰੇ ਜਗਤ ਦੀ ਖੇਡ ਵਾਹਿਗੁਰੂ ਨੇ ਆਪ ਰਚੀ ਹੈ ਔਰ ਰਚ ਕੇ ਇਸ ਜਗਤ ਦੀ ਰਚਨਾ ਨੂੰ ਵਾਹਿਗੁਰੂ ਆਪ ਹੀ ਸਾਰਿਆਂ ਵਿੱਚ ਵਰਤ ਰਿਹਾ ਹੈ। ਸਭ ਵਰਤੈ ਆਪੇ। ਜਗਤ ਦੀ ਰਚਨਾ ਕਰਕੇ ਫਿਰ ਇਸ ਸਾਰੇ ਜਗਤ ਦੇ ਵਿੱਚ ਵਰਤਣ ਵਾਲਾ ਵੀ ਉਹ ਆਪ ਹੈ। ਆਪ ਹੀ ਸਾਰੇ ਸੰਸਾਰ ਦੇ ਰੋਮ ਰੋਮ ਵਿੱਚ, ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਉਹ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਵਿਧਾਤਾ ਵਸਿਆ ਹੋਇਆ ਹੈ।